So students, today we will start about the non-compartmental concept of mean residence time. As in the previous lecture, we have already discussed about the compartmental concept, which means the plasma peak concentration profile curve of the drug. Okay, so today we will discuss about this. So first of all, I would like to tell you, okay, what do you mean by the non-compartmental concept? Okay, the other than the parameters of AUC, area under curve, plasma pre-concentration, onset time and duration of action, absorption period, ठीक है, minimum safe concentration, maximum safe concentration. After that we come to study about the non-compartmental concept, right? Here we'll study about the methods, how to the drug metabolize and follows the your connectic system, ठीक ਹੈ। ਆਪਾਂ ਪਹਿਲੇ ਹੀ ਗੱਲ ਕਰ ਲਈ ਆ ਕਿ ਕਨੈਕਟਿਕ ਸਿਸਟਮ ਜੋ ਮੈਂ ਪ੍ਰੀਵੀਅਸ ਲੈਕਚਰ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ, ਮਿਕਸਡ ਕਨੈਕਟਿਕ ਸਿਸਟਮ ਹੁੰਦਾ ਫਸਟ ਆਰਡਰ, ਜ਼ੀਰੋ ਆਰਡਰ, ਸੈਕਿੰਡ ਆਰਡਰ, ਠੀਕ ਹੈ। ਸਾਰੇ ਨੋਟਸ ਤੁਹਾਨੂੰ ਮੈਂ ਦੇ ਦਿੱਤੇ ਆਪਣੇ ਹੈਂਡ ਰਿਟਨ, ਸੋ ਆਈ ਹੋਪ ਕਿ ਤੁਸੀਂ ਉਹ ਸਾਰੇ ਕਰ ਲਏ ਹੋਣੇ ਆ ਰਿਵਾਈਜ਼। ਅਗਰ ਕੋਈ ਵੀ ਡਾਊਟ ਹੈ ਯੂ ਕੈਨ ਆਸਕ ਮੀ ਐਟ ਐਨੀ ਟਾਈਮ, ਠੀਕ ਆ। ਸੋ ਹੁਣ ਆਪਾਂ ਇਹ ਗੱਲ ਕਰਾਂਗੇ। ਸੋ ਇਹ ਜਿਹੜਾ ਮੈਥਡ ਆ ਇਹ ਲੀਨੀਅਰ ਕੰਪਾਰਟਮੈਂਟ ਵਾਸਤੇ ਫੋਲੋ ਕਰਦੇ ਹਾਂ। ਜਦੋਂ ਡਰੱਗ ਨੂੰ ਅਸੀਂ ਪ੍ਰੋਵਾਈਡ ਕਰਨਾ ਉਹਦਾ ਮੈਟਾਬਲਾਈਜ਼ਡ ਮਤਲਬ ਕਿ ਉਹ ਆਰਡਰ ਆਫ ਰਿਐਕਸ਼ਨ ਕਿਹੜਾ ਫੋਲੋ ਕਰਦਾ। ਮੈਂ ਤੁਹਾਨੂੰ ਦੱਸਿਆ ਸੀ ਕਿ ਇਟਸ ਆਲਰੇਡੀ ਕਿ ਇਹ ਥਿਊਰੀ ਜਿਹੜੀ ਆ ਸਟੈਟਿਸਟਿਕਲ ਥਿਊਰੀ ਹੁੰਦੀ ਆ ਜੋ ਡਾਟਾਬੇਸ 'ਤੇ ਇਨਵੋਲਵ ਹੁੰਦੀ ਆ ਪਲਾਜ਼ਮਾ ਡਰੱਗ ਪ੍ਰੋਫਾਈਲ ਦੇ। ਸੋ MRT ਹੁੰਦਾ ਆ ਤੁਹਾਡਾ MRT ਇਜ਼ ਯੋਰ ਮੀਨ ਰੈਜ਼ੀਡੈਂਸ ਟਾਈਮ, ਠੀਕ ਹੈ। that is your mean residence time, AUC MC upon divided by AUC, ठीक है। this is known your area under curve, this is a area under the first movement curve, this is your first कि जो drug दी ਜਿਹੜੀ movement ਹੋਈ ਆ firstly, ठीक है, first movement of the curve, ठीक है। और ਇਹਨੂੰ ਅਸੀਂ ਬੋਲਦੇ ਹਾਂ ਆਪਾਂ mean residence time, ठीक है। सो इनू ਆਪਾਂ mean residence time AUC divided by AUC ਹੁੰਦਾ, क्लियर। सो आ देखो आ तुसी देखो कि आ फिगर आ ਇਹਦੇ ਵਿੱਚ ਆ ਦੇਖੋ कि AUC आ देखो प्लॉट्स रीडिंग्स ਕੱਢੀਆਂ ਆ ਆਪਾਂ ਸੈਂਪਲ ਜਿੱਦਾਂ ਮੈਂ ਤੁਹਾਨੂੰ ਸਾਰਾ ਪਿਛਲੀ ਵਾਰ ਐਕਸਪਲੇਨ ਕੀਤਾ ਆ ਸੈਂਪਲਿੰਗ ਕਿੱਦਾਂ ਲੈਣੀ ਆ, ਠੀਕ ਆ। ਸੋ ਤੇ ਹੀ ਸੈਂਪਲ ਟਾਈਮ ਇੰਟਰਵਲ ਤੋਂ ਅਸੀਂ ਲੈ ਕੇ ਉਹਨਾਂ 'ਚ ਇਹਨੂੰ T1 ਕਰ ਲੈਣਾ, ਇਹਨੂੰ T2 ਕੱਢ ਲੈਣਾ, ਇਹਨਾਂ ਦੇ ਵਿੱਚ ਫਿਰ ਡਿਫਰੈਂਸ ਕਿਹੜਾ ਹੈ ਟਪੀਡੀਅਲ ਮੈਥਡਸ ਜਿਹੜਾ ਇਹਨੂੰ ਆਪਾਂ ਲਗਾਉਣਾ ਆ। ਸੋ ਦਿਸ ਵਿਲ ਲਾਈਕ ਦੈਟ, ਠੀਕ ਹੈ ਕਿ 4 ਨੂੰ ਇਹਨਾਂ ਡਿਵਾਈਡ ਬਾਈ 2 ਇਹ ਸਾਰੇ ਜਿਹੜੇ ਮੈਥਡਸ ਆ ਵੀ ਹੈਵ ਟੂ ਕੈਲਕੂਲੇਟ ਬਾਈ ਯੂਸਿੰਗ ਦਾ ਫਾਰਮੂਲਾ, ਠੀਕ ਹੈ। AUC ਤੋਂ ਸਾਨੂੰ ਅਸੀਂ ਪਲਾਜ਼ਮਾ ਡਰੱਗ ਕੰਸਨਟ੍ਰੇਸ਼ਨ ਆ ਕਿ ਅਸੀਂ ਇਹਨੂੰ ਟਾਈਮ ਵਰਸਸ ਜ਼ੀਰੋ ਆਰਡਰ ਤੇ ਕੰਸਨਟ੍ਰੇਸ਼ਨ ਨਾਲ ਕਰਦੇ ਹਾਂ ਟਾਈਮ, ਠੀਕ ਆ, ਅਤੇ ਕੰਸਨਟ੍ਰੇਸ਼ਨਸ ਦੇ ਵਿਚਕਾਰ ਜਿਹੜਾ ਆ ਆਪਾਂ ਸਲੋਟਸ ਕਰਦੇ ਹਾਂ। ਇੱਥੋਂ ਸਾਨੂੰ ਕਾਫੀ ਕੁਛ ਜਿਹੜਾ ਆ ਪਤਾ ਲੱਗ ਜਾਂਦਾ ਆ ਕਿ ਸਾਡਾ ਜਿਹੜਾ ਮੀਨ ਰੈਜ਼ੀਡੈਂਸ ਟਾਈਮ ਕਿੰਨਾ ਬੋਡੀ ਦੇ ਵਿੱਚ ਕਿੰਨੇ ਤੱਕ ਡਰੱਗ ਜਿਹੜੀ ਆ ਠਹਿਰਦੀ ਆ, ਔਨਸੈਟ ਟਾਈਮ, ਡਿਊਰੇਸ਼ਨ ਆਫ ਐਕਸ਼ਨ, ਇੰਟੈਂਸਿਟੀ ਆਫ ਡਿਊਰੇਸ਼ਨ ਜੋ ਮੈਂ ਤੁਹਾਨੂੰ ਦੱਸੀ ਸੀਗੀ ਕਿ ਕਿੰਨਾ ਟਾਈਮ ਪੀਰੀਅਡ ਆ ਜਦੋਂ ਡਰੱਗ ਆਪਣਾ ਥੈਰਾਪਿਊਟਿਕ ਐਕਸ਼ਨ ਜਿਹੜਾ ਸ਼ੋ ਕਰਦੀ ਆ, ਠੀਕ ਆ, ਉਹਦਾ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ, ਠੀਕ ਆ, ਉਹ ਸਾਰਾ ਆਪਾਂ ਮੀਨ ਰੈਜ਼ੀਡੈਂਸ ਟਾਈਮ ਤੋਂ ਕੱਢ ਸਕਦੇ ਹਾਂ। ਯੂਜ਼ ਆਫ ਨੋਨ ਕੰਪਾਰਟਮੈਂਟ ਮਾਡਲਸ ਦੇ ਵਿੱਚ ਇਹ ਆ ਕਿ ਨੋਨ ਕੰਪਾਰਟਮੈਂਟ ਮਾਡਲ ਇੱਕ ਟੈਕਨੀਕ ਆ ਜਿਹਦੇ ਵਿੱਚੋਂ ਅਸੀਂ ਫਾਰਮਾਕੋਕਨੈਕਟਿਕ ਪੈਰਾਮੀਟਰਸ ਜਿਹੜੇ ਆ ਜਿਹੜੇ ਆਪਾਂ ਕੈਲਕੂਲੇਟ ਕਰ ਸਕਦੇ ਹਾਂ। ਫਾਰਮਾਕੋਕਨੈਕਟਿਕਸ ਅਤੇ ਫਾਰਮਾਕੋਡਾਇਨਾਮਿਕਸ ਜਿਹੜੇ ਆ ਦੋ ਹੁੰਦੇ ਆ। ਫਾਰਮਾਕੋਕਨੈਕਟਿਕ, ਠੀਕ ਆ, ਇਹ ਤੁਹਾਨੂੰ ਮੈਂ ਕਾਫੀ ਵਾਰੀ ਦੱਸਿਆ ਆ ਕਿ ਕੋਕਨੈਕਟਿਕ ਦਾ ਮਤਲਬ ਇੱਕ ਹੁੰਦਾ ਡਾਇਨਾਮਿਕ ਹੁੰਦਾ, ਇੱਕ ਹੁੰਦਾ ਕਨੈਕਟਿਕ, ਠੀਕ ਆ। ਔਰ ਫਾਰਮਾਕੋਕਨੈਕਟਿਕ ਹੁੰਦਾ ਆ ਕਿ ਵਾਟ ਬੋਡੀ ਡਜ਼ ਟੂ ਦ ਡਰੱਗ, ਕਿ ਬੋਡੀ ਨੇ ਕੀ ਰਿਸਪੌਂਸ ਕੀਤਾ ਜਦੋਂ ਡਰੱਗ ਜਿਹੜੀ ਆ ਬੋਡੀ ਦੇ ਅੰਦਰ ਗਈ, ਉਹਦਾ ਮਤਲਬ ਐਬਜ਼ੋਰਪਸ਼ਨ, ਠੀਕ ਆ। ਔਰ ਡਾਇਨਾਮਿਕ ਵਾਟ ਆ ਡਰੱਗ ਡਜ਼ ਟੂ ਦ
बॉडी कि ड्रग ने ही कि ड्रग ने बॉडी के उत्ते की अपना इफैक्ट जिहड़ा आ शो किया आ। ठीक है, दिस विल बी योर फार्माकोडायनामिक। जिहड़ा फार्माकोडायनामिक प्रोसैस आ तुहाडे बायोकैमिकल एक्टिव फिजियोलॉजिकल इफैक्ट ऑफ ड्रग दे नाल रिलेटिड आ कि इहदा मैकेनिज्म की आ, इहदा साइड ऑफ एक्शन कित्थे होनी आ, इफैक्ट की ऑब्जर्व होना। ये फार्माकोडायनामिक नहीं होना कि वट आ ड्रग डज टू अ बॉडी। ठीक आ, फार्माकोकनैक्टिक्स दे विच ADM होना। ठीक है, एब्जॉर्प्शन किद्दां होई है ड्रग दी, ड्रग ने किद्दां डिस्ट्रीब्यूट होई है, मैटाबलाइज की आ ਤੇ ਸਿਕਰੀਸ਼ਨ ਕਿੱਦਾਂ ਉਹ ਸਾਨੂੰ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਸੀਗਾ ਕਿ ਉਹ ਟਾਈਮ ਪ੍ਰੋਫਾਈਲ ਜਿਹੜੀ ਕਰਵ ਆ ਜੋ ਆਪਾਂ ਪਲਾਜ਼ਮਾ ਕਰਵ ਆ ਜੋ ਤੁਹਾਨੂੰ ਮੈਂ ਐਕਸਪਲੇਨ ਕੀਤੀ ਆ ਪ੍ਰੀਵੀਅਸ ਲੈਕਚਰ ਦੇ ਵਿੱਚ ਐਂਡ ਯੂ ਹੈਵ ਗਿਵਨ ਦਾ ਅਸਾਈਨਮੈਂਟ ਆਲਸੋ, ਉਦੋਂ ਆਪਾਂ ਸਟੱਡੀ ਕੀਤੀ ਹੈ। ਠੀਕ ਆ, ਸੋ ਅੱਧੇ ਹੀ ਨੋਨ ਕੰਪਾਰਟੀਬਲ ਮੈਥਡ ਆ ਜਿਹਦੇ ਵਿੱਚ ਅਸੀਂ ਕਾਫੀ ਕੁਛ ਚੀਜ਼ਾਂ ਡਿਟੈਕਟ ਕਰ ਸਕਦੇ ਹਾਂ ਜਿੱਦਾਂ ਕਿ ਨੰਬਰ 1 ਫਾਰਮਾਕੋਕਨੈਕਟਿਕ ਪੈਰਾਮੀਟਰਸ, ਬਾਇਓਬਿਲਿਟੀ, ਠੀਕ ਹੈ, ਰੇਟ ਐਂਡ ਦਾ ਟਾਈਮ, ਠੀਕ ਆ, एंड क्लीयरेंस जिदा आप अलग अलग पैरामीटर्स पढ़े आ, ऑर्गन क्लीयरेंस, हैपैटिक क्लीयरेंस। ठीक है, मैथड डिटरमाइन कर सकते हैं तुहाडी हाफ लाइफ नू, रेट ऑफ एब्जॉर्प्शन फस्ट ऑर्डर नू। ठीक है, सारिया टर्म्स मैं तुहानू एक्सप्लेन कीतियां आ। ठीक है, एडवांटेजिस की हो सकती है। एडवांटेजिस ये है कि इहदा एल्जेब्रिक इक्वेशन बनती है सिंपल मैथोमैटिकल से नाल लगा के सानू जो रीडिंग्स आउंदियां बाय पुटिंग ऑन द सैमी लॉग ग्राफ पेपर। असी याद रखियो सैमी लॉग ग्राफ पेपर नू यूज़ करना है जो असी इनू आपां ग्राफ बनाना, फिर उत्थों असी रीडिंग्स कढ के आपां कैलकुलेट कर सकते हैं। ठीक है, फिर कि साडा जिहड़ा ड्रग आ फस्ट ऑर्डर आ, सैकेंड ऑर्डर आ, लीनियर आ। ठीक है, तो सानू डिस्पोजिशन ऑफ करैक्टरिस्टिक्स, ठीक है, ड्रग की डिस्पोजिशन जिहड़ी आ जो सानू रिक्वायर्ड आ कि उस पोजीशन तो किद्दां वो डिसप्लेस करती, किद्दां मूव होंदी आ, वो असी डिस्पोजिशन ऑफ तो इत्थों सानू पता लग सकदा। सो कल्ले इहदे एडवांटेजिस नहीं हुंदे, इहदे डिसएडवांटेजिस भी हुंदे आ। ठीक है, कि जिद्दां डिस्पोजिशन हो जाती है की पता कुछ इंपॉर्टेंट चीज़ां जो इंपॉर्टेंट मैकेनिज्म नू ही रपचर्ड कर देण। सो दिस इहदा डिसएडवांटेजिस भी हो सकदियां ने। ठीक है, फिर असी नैक्सट टॉपिक करते हैं डोजेज एडजस्टमेंट इन पेशेंट्स कि पेशेंट्स के विच असी डोजेज जिहड़ी है किद्दां एडजस्ट कर सकते हैं। ठीक है, देखो सब तो पहला डिसीज़ कंडीशन हुंदी है। डिसीज़ दे विच की हुंदा आ, इहदा कि वेले बंदे नूं बहुत सारियां बीमारियां लगियां हुंदियां आ, है ना, तो ਉਹਦੀ ਮੈਡੀਸਨ ਚੱਲਦੀ ਹੈ। ਜਿੱਦਾਂ ਕੋਈ ਕਿਸੇ ਦੀ ਕਿਡਨੀ ਜਿਹੜੀ ਆ ਇੰਨੀ ਪ੍ਰੋਪਰ ਵਰਕ ਨਹੀਂ ਕਰਦੀ ਤਾਂ ਫਿਰ ਡਰੱਗਸ ਜਿਹੜੀਆਂ ਮੈਟਾਬਲਾਈਜ਼ ਬੋਡੀ 'ਚੋਂ ਸਿਕਰੀਟ ਜਿੱਦਾਂ ਲੇਟ ਹੁੰਦੀਆਂ ਆ, ਰਾਈਟ ਆ, ਕਈ ਵੇਲੇ ਉਹ ਉੱਥੇ ਐਕਿਮੂਲੇਟ ਹੋ ਜਾਂਦੀਆਂ, ਇਕੱਠੀਆਂ ਹੋ ਜਾਂਦੀਆਂ ਆ ਹੋਰ ਵਿਦ ਅਦਰ ਡਰੱਗਸ ਦੇ ਨਾਲ ਕੰਪਾਊਂਡਮੈਂਟ ਬਣਾ ਲੈਂਦੀਆਂ, ਫਿਰ ਬੋਡੀ ਜਿਹੜੀ ਆ ਟੌਕਸਿਕ ਇਫੈਕਟ ਸ਼ੋ ਕਰਦੀ ਆ। ਸੋ ਡਿਸਫੰਕਸ਼ਨਸ ਹੋ ਜਾਂਦੇ ਆ। सो दीज आर द सर्टन राइज ऑफ द कंडीशनस कि जेड़े ये मैनेजिंग ਜਿਹੜੀਆਂ चीज़ां हो ਜਾਂਦੀਆਂ ਆ। सो नंबर 1 इज़ योर रीनल ਦੇ ਨਾਲ, ठीक है, रीनल वर्ड ਜਿਹੜਾ किडनी ਦੇ ਨਾਲ आ, डिसफंक्शन मतलब कि प्रॉपर वर्क ना कर सके। की कारण आ ਕਹਿੰਦੇ ਜਦੋਂ किडनी वर्क ना करे प्रॉपर इट मीनस कि किडनी फेलीयर वे कॉसेस की है किद्दां है क्यों वर्क नहीं। हाइपर टेंशन जो आप साडा BP बहुत वधदा सी, टेंशन स्ट्रैस दे विच बहुत हुंदे आ। ठीक है, हाइपर टेंशन, डायबिटीज़ दे विच तुहानूं पता शुगर पेशेंट जिहड़ा आ इंसुलिन जिद्दां ज़्यादा फॉर्म हुंदी आ उदों बहुत टफ हुंदा टू सिम्पार्ट। और तो फिर हाइपोवोलिक जदों ब्लड सप्लाई जिहड़ी आ किडनी नूं घट जाती है। ठीक है, ब्लड प्रॉपर जिहड़ा सप्लाई जिहड़ा आ किडनीज़ नूं नहीं जाता। बहुत सारियां हुंदियां कि वेले स्टोन्स दी ऑब्सटैकल हो जाती, बहुत सारे रीजनस हुंदे आ। ठीक है, फिर आंदा तुहाडा सोज हो जाती है उहदी लाइनिंग, इनर लाइनिंग ऑफ योर म्यूकस मैंब्रेन ऑफ किडनी दी। ठीक है, फिर आंदा तुहाडा नीरो अलर्जनस तो तुसीं समझदे ही होंगे ना, टॉक्सिसिटी हो जाती कोई सीरम्स की। ठीक है, फिर नैफ्रोटॉक्सिक एजेंट्स होंगे आ जिहदे नाल जिद्दां आपां अमीनोग्लाइकोसाइड्स दईए। ठीक है, फिनिस्टिन दईए, कोई हैवी मैटल जिद्दां लिड ते
ਮਰਕਰੀ ਆ, ਇਹਨਾਂ ਦੀ ਐਬਿਲਿਟੀ ਹੁੰਦੀ ਹੈ ਕਿ ਇਹ ਕਿ ਉਹਨਾਂ ਨਾਲ ਲਾਈਗੈਂਡ ਜਾਂ ਕੰਪਾਊਂਡ ਜਾਂ ਕੰਪਲੈਕਸ ਬਣਾ ਲੈਣ। ਉਹਨਾਂ ਕੰਪਲੈਕਸ ਬਣਾ ਕੇ ਜਿਹੜੀ ਡਰੱਗ ਆ ਇੰਟਰਲੌਕ ਜਿਹੜੀ ਜ਼ਿਆਦਾ ਹੋ ਜਾਵੇ ਔਰ ਬਾਹਰ ਕਿਡਨੀ 'ਚੋਂ ਨਹੀਂ secrete ਕਰ ਪਾਉਂਦੀ due to the accumulation heavy weight because due to the lot of reasons for inflammation or supply of the blood is less to the kidney। ਫਿਰ ਆਉਂਦਾ यूरीमिया ਜਿਹੜਾ ਆ ਇੰਪਾਰਟ ਹੁੰਦਾ ਗੋਬੂਲਰ ਫਿਲਟਰੇਸ਼ਨ ਤੋਂ। ਇਹਦੇ ਵਿੱਚ ਕੀ ਆ ਕਿ ਫਲੂਇਡ ਜਿਹੜਾ ਆ ਪ੍ਰੋਟੀਨ ਜਿਹੜਾ ਆ ਐਕਿਊਮੂਲੇਟ ਹੋ ਜਾਂਦਾ ਆ ਅਤੇ ਰੀਨਲ ਕਲੀਅਰੈਂਸ ਆਫ ਡਰੱਗ ਵੀ ਜਿਹੜੀ ਆ ਪ੍ਰੋਪਰ ਨਹੀਂ ਹੁੰਦੀ। ਠੀਕ ਹੈ, ਇਸ ਕੰਡੀਸ਼ਨਸ ਦੇ ਵਿੱਚ ਡਰੱਗ ਦੀ ਜਿਹੜੀ ਹਾਫ ਲਾਈਫ ਆ ਉਹ ਵੱਧ ਜਾਂਦੀ ਆ ਕਿ ਔਰ ਡਰੱਗ ਜਿਹੜੀ ਆ ਮੈਂ ਪਹਿਲਾਂ ਹੀ ਸਮਝਾਤਾ ਕਿ ਡਰੱਗ ਕੰਬੂਲੇਟ ਹੋ ਜਾਂਦੀ ਆ, ਬਾਹਰ ਨਹੀਂ ਨਿਕਲਦੀ ਬੋਡੀ ਦੇ ਵਿੱਚੋਂ ਔਰ ਉਹ ਟੌਕਸਿਕ ਇਫੈਕਟ ਜਿਹੜਾ ਆ ਪ੍ਰੋਡਿਊਸ ਕਰਦੀ ਆ। ਠੀਕ ਆ, ਫਿਰ ਆਉਂਦਾ ਰੀਨਲ ਫੰਕਸ਼ਨ ਕਿ ਕਿਡਨੀ ਫੰਕਸ਼ਨ ਪ੍ਰੋਪਰ ਕਿੱਦਾਂ ਕਰਦੀ ਆ ਔਰ ਸਾਨੂੰ ਕਿੱਥੋਂ ਇਹ ਚੀਜ਼ ਡਿਟਰਮਾਈਨ ਅਸੀਂ ਕਰ ਸਕਦੇ ਹਾਂ। ਕਿਡਨੀ ਫੰਕਸ਼ਨ ਜਿਹੜਾ ਅਸੀਂ ਮੈਜ਼ਰ ਕਰ ਸਕਦੇ ਹਾਂ ਬਾਏ ਦਾ GFR। ਠੀਕ ਆ, ਗੋਬੂਲਰ ਫਿਲਟਰੇਸ਼ਨ ਰੇਟ। ਠੀਕ ਆ, ਔਰ ਐਕਸੋਜੀਨੀਅਸ ਸਬਸਟਾਂਸ ਨੂੰ ਅਸੀਂ ਮੈਜ਼ਰ ਕਰ ਲਈਏ ਅਗਰ GF ਤੋਂ ਅਗਰ ਉਹਨਾਂ ਦੀ ਜੋ ਆਪਾਂ ਤੁਸੀਂ ਦੇਖਿਆ ਹੋਣਾ ਜਦੋਂ ਰਿਪੋਰਟਸ ਹੁੰਦੀਆਂ ਨਾ ਇੱਕ ਸਾਈਡ 'ਤੇ ਉਹਨਾਂ ਨੇ ਦੱਸਿਆ ਹੁੰਦਾ ਕਿ ਨੋਰਮਲ ਵੈਲਿਊ ਜਿਹੜੀ ਆ ਇੰਨੀ ਦੇ ਵਿੱਚ ਇੰਨੀ ਆਉਣੀ ਚਾਹੀਦੀ ਆ। ਸੋ ਸਾਨੂੰ ਕਿੱਦਾਂ ਪਤਾ ਲੱਗਦਾ ਜਦੋਂ ਅਸੀਂ ਆਪਣਾ ਸੈਂਪਲ ਲੈਂਦੇ ਹਾਂ, ਟੈਸਟ ਕਰਦੇ ਹਾਂ ਔਰ ਟੈਸਟ ਤੋਂ ਬਾਅਦ ਜਦੋਂ ਸਾਡੀਆਂ ਰੇਂਜ ਲਿਮਿਟਸ ਜਿਹੜੀਆਂ ਉਹਨਾਂ ਨੇ ਡਿਸਾਈਡ ਹੁੰਦੀਆਂ ਆ ਔਰ ਕਿ ਇੰਨੀ ਰੇਂਜ ਦੇ ਵਿੱਚ ਇੰਨਾ ਆ। ਸੋ ਉੱਥੋਂ ਸਾਨੂੰ ਪਤਾ ਲੱਗ ਜਾਂਦਾ ਕਿ ਰੀਨਲ ਸਾਡੀ ਪ੍ਰੋਪਰ ਫੰਕਸ਼ਨ ਕਰ ਰਹੀ ਆ ਜਾਂ ਨਹੀਂ ਕਰੀ। ਜਦੋਂ ਡਾਇਬਟੀਜ਼ ਹੁੰਦਾ ਆ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਆ। ਠੀਕ ਆ, ਕੰਡੀਸ਼ਨਸ ਦੇ ਵਿੱਚ। ਫਿਰ ਇਨਸੂਲਿਨ ਕਲੀਅਰੈਂਸ। ਇਨਸੂਲਿਨ ਕਲੀਅਰੈਂਸ ਜਿਹੜਾ ਐਗਜ਼ੈਕਟ ਐਕੂਰੇਟ ਮੈਜ਼ਰ ਆ ਔਰ ਇਹਦੀ ਡਿਸਐਡਵਾਂਟੇਜਸ ਕੀ ਆ, ਬਹੁਤ ਫੈਸਟੀਡੀਅਸ ਮੈਥਡ ਆ ਔਰ ਇਹਨੂੰ ਔਰ ਠੀਕ ਆ, ਇਸ ਕਰਕੇ ਇਹਨੂੰ ਵਾਈਡਲੀ ਜਿਹੜਾ ਅਸੈਸ ਕਰਨ ਦੇ ਵਿੱਚ ਟਾਈਮ ਲੱਗਦਾ। ਕ੍ਰੀਟੀਨਾਈਨ ਤੋਂ ਵੀ ਅਸੀਂ ਜਿਹੜਾ ਸਾਡਾ ਐਂਡੋਜੀਨੀਅਸ ਅਮੀਨ ਪ੍ਰੋਡਕਟ ਆ ਔਰ ਇਹ ਕੈਟਾਬੋਲਿਕ ਪ੍ਰੋਸੈਸ ਤੋਂ ਅਰਾਈਜ਼ ਹੁੰਦਾ। ਸੋ ਫਿਲਟਰੇਸ਼ਨ ਜਿਹੜਾ ਰੇਟ ਆ ਜੋ ਸਾਡੀ ਜਿਹੜੀ ਡਰੱਗ ਆ ਅਨਸਿਕ੍ਰੀਟਡ ਚੇਂਜ ਮਤਲਬ ਅੱਧੇ ਹੀ ਜਿੱਦਾਂ ਡਰੱਗ ਬੋਡੀ 'ਚ ਗਈ ਆ ਉੱਦਾਂ ਹੀ ਕੋਈ ਥੈਰਾਪੀ ਕੋਈ ਕੁਛ ਨਹੀਂ, ਅਨਚੇਂਜਡ ਅੱਧੇ ਹੀ ਬੋਡੀ ਦੇ ਵਿੱਚ ਜੰਮ ਜਾਵੇ ਜਾਂ ਕਿਊਮੂਲੇਟ ਹੋ ਜਾਵੇ ਜਾਂ ਬਾਹਰ ਨਿਕਲ ਜਾਵੇ ਉਦੋਂ ਵੀ ਇਹ ਜਿਹੜਾ ਕੀ ਆ ਸਾਈਡ ਇਫੈਕਟ ਜਿਹੜਾ ਹੋ ਸਕਦਾ। ਇਹ ਡਿਸੀਜ਼ਜ਼ ਜਿਹੜੀਆਂ ਆ ਕਹਿੰਦਾ ਅਕਰ ਹੋ ਸਕਦੀਆਂ ਆ। ਰੀਨਲ ਕਲੀਅਰੈਂਸ। ਰੀਨਲ ਕਲੀਅਰੈਂਸ ਦੇ ਵਿੱਚ ਕੀ ਆ, ਇਟ ਇਜ਼ ਡਿਫਾਈਨ ਐਜ਼ ਦਾ ਵੋਲੀਅਮ ਆਫ ਦਾ ਬਲੱਡ ਔਰ ਦਾ ਪਲਾਜ਼ਮਾ ਵਿੱਚ ਮਤਲਬ ਕਿ ਕਿੰਨਾ ਵੋਲੀਅਮ ਆਫ ਪਲਾਜ਼ਮਾ ਦਾ ਬਲੱਡ ਦਾ ਖੂਨ ਦਾ ਅਤੇ ਪਲਾਜ਼ਮਾ ਦਾ ਕੰਪਲੀਟ ਜਿਹੜਾ ਆ ਕਲੀਅਰ ਹੋ ਜਾਂਦਾ ਜਦੋਂ ਡਰੱਗ ਜਿਹੜੀ ਆ ਅਨਚੇਂਜ ਜਿਹੜੀ ਆ ਕਿਡਨੀ ਨੂੰ ਜਾਂਦੀ ਆ ਪਰ ਯੂਨਿਟ ਇੱਕ ਯੂਨਿਟ ਟਾਈਮ 'ਤੇ ਕਿੰਨਾ ਬਲੱਡ ਜਿਹੜਾ ਕਿਡਨੀ ਨੂੰ ਫਲੋ ਹੁੰਦਾ ਡਰੱਗ ਦੇ ਔਰ ਡਰੱਗ ਹੁੰਦੀ ਉਹਦੇ ਵਿੱਚ ਅਨਚੇਂਜਡ ਕਿ ਮਤਲਬ ਕੋਈ ਵੀ ਅਜੇ ਕੋਈ ਵੀ ਇਫੈਕਟ ਜਿਹੜਾ ਆ ਅਜੇ ਨਹੀਂ ਸ਼ੋ ਹੁੰਦਾ। ਡੈਟ ਇਜ਼ ਨੋਨ ਯੋਰ ਰੀਨਲ ਕਲੀਅਰੈਂਸ ਕਿ ਕਿੰਨੀ ਡਰੱਗ ਜਿਹੜੀ ਆ ਸ਼ੋ ਅਮਾਊਂਟ ਆਫ ਯੂਰਿਨ ਸਿਕਰੀਸ਼ਨ ਕਿੰਨਾ ਯੂਰਿਨ ਦੇ ਵਿੱਚ ਸਿਕਰੀਸ਼ਨ ਹੋਇਆ ਅਤੇ ਪਲਾਜ਼ਮਾ ਡਰੱਗ ਕੰਸਨਟ੍ਰੇਸ਼ਨ। ਠੀਕ ਹੈ, ਇਹ ਸਾਨੂੰ ਕਿੱਥੋਂ ਪਤਾ ਲੱਗਦਾ ਬਾਏ ਦਾ CR। ਰੀਨਲ ਕਲੀਅਰੈਂਸ ਜਿਹੜਾ ਆ ਇਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਰੇਟ ਆਫ ਫਿਲਟਰੇਸ਼ਨ ਔਰ ਪਲੱਸ ਰੇਟ ਆਫ ਸਿਕਰੀਸ਼ਨ ਕਿੰਨਾ ਸਿਕਰੀਟਡ ਆ ਮਾਈਨਸ ਰਿਜ਼ੋਰਪਸ਼ਨ। ਤੁਹਾਨੂੰ ਪਤਾ ਹੋਣਾ ਕਿ ਕਿਡਨੀਆਂ ਦੇਖੋ ਟਿਊਬਲਰ ਹੁੰਦੇ ਨਾ, ਮੈਕਸੀਬਲ ਬੋਮੈਨ ਆ ਦੇਖੋ ਬੋਮੈਨ ਕੈਪਸੂਲਸ ਹੁੰਦਾ ਆ, ਲੂਪ ਆਫ ਆ ਦੇਖੋ ਹੈਨਲੀ ਹੁੰਦੀ ਆ, ਅਸੈਂਡਿੰਗ ਲੂਪ ਹੁੰਦੀ ਆ, ਡਿਸੈਂਡਿੰਗ ਲੂਪ ਹੁੰਦੀ ਆ। ਸੋ ਠੀਕ ਹੈ, ਅਸੈਂਡਿੰਗ ਡਿਸੈਂਡਿੰਗ ਲੂਪ ਕੰਡਕਟਾਈਲ ਡਰੱਗਸ ਅਗਰ ਡਰੱਗਸ ਜਿਹੜੀ ਇੱਥੇ ਚਿਪਕ ਜਾਵੇ ਅਕਮੂਲੇਟ ਹੋ ਜਾਵੇ ਇੱਥੇ ਬੈਨ ਹੋ ਜਾਵੇ ਕੋਈ ਓਬਸਟੈਕਲ ਹੋ ਜਾਵੇ ਜਿੱਦਾਂ ਕਿਡਨੀ ਸਟੋਨ ਹੋ ਜਾਂਦੇ ਆ ਇੱਥੇ ਯੂਥਰ ਤੇ ਹੋ ਜਾਵੇ ਤਾਂ ਬਾਹਰ ਹੀ ਨਹੀਂ ਨਿਕਲ ਦਿੰਦੇ। ਸੋ ਇਟ ਵਿਲ ਕ੍ਰੀਏਟ ਦਾ ਪ੍ਰੋਬਲਮ। ਠੀਕ ਆ, ਸੋ ਇਹ ਇੱਦਾਂ ਹੀ ਪੇਅਰ ਅਗਰ ਕਲੀਅਰੈਂਸ ਹੋਵੇ ਜਦੋਂ ਉੱਥੇ ਪ੍ਰੋਪਰ ਬਲੱਡ ਫਲੋ ਹੋਵੇ ਗਲੋਮਰੂਲਰ ਅਤੇ ਟਿਊਬਲਰ ਦੇ ਵਿੱਚ ਔਰ ਸਰਕੂਲੇਟ ਹੋਵੇ। ਠੀਕ ਆ, so this is your renal clearance. Then is your principal
ਪ੍ਰੋਸੈਸਿਸ ਗਲੋਬੂਲਰ ਇਹ ਨਹੀਂ ਤੁਸੀਂ ਇੰਨਾ ਕਰਨਾ, ਇਹਦੇ ਵਿੱਚ ਜਸਟ ਤੁਸੀਂ ਕਲੀਅਰੈਂਸ ਦੇ ਉੱਤੇ ਹੀ ਫੋਕਸ ਦੇਣਾ ਕਿ ਕੀ ਆ ਇਹਦੇ ਵਿੱਚ। ਤੁਸੀਂ ਆਹ ਜੋ ਹੈ ਕਿ ਇਹਦੇ ਵਿੱਚ ਗਲਾਈਕੋਨਾਈਡ ਸਲਫੇਟਸ ਹੁੰਦੇ ਆ, ਇਹਦੇ ਟਾਈਪਸ ਇੰਨੇ ਯੂ ਹੈਵ ਟੂ ਗੋ ਥਰੂ ਰੀਡਿੰਗ, ਬਟ ਜੋ ਪੇਪਰ ਪੁਆਇੰਟ ਆਫ ਵਿਊ ਦੇ ਵਿੱਚ ਇੰਪੋਰਟੈਂਟ ਆ ਡੈਟ ਇਜ਼ ਯੂਰ ਇਨਰ ਕਲੀਅਰੈਂਸ, ਡੈਫੀਨੇਸ਼ਨ ਐਂਡ ਦਾ ਪ੍ਰੋਸੈਸਿਸ ਕਿਹੜੇ ਕਿਹੜੇ ਇਨਵੋਲਵ ਆ। ਠੀਕ ਆ, ਗਲੋਬੂਲਰ ਫਿਲਟਰੇਸ਼ਨ ਜਿਹੜਾ ਆ ਜੋ ਇਹ ਇਹਨਾਂ ਦੇ ਬੇਸਿਕਸ ਜਿਹੜੇ ਕੰਪੋਨੈਂਟ ਆ ਕਿਡਨੀ ਦੇ ਔਰ ਐਂਡੋਜੀਨੀਅਸ ਕਿੱਦਾਂ ਵਿਦ ਐਗਜ਼ਾਮਪਲਸ ਆ। ਠੀਕ ਹੈ, ਜਸਟ ਯੂ ਹੈਵ ਟੂ ਗੋ ਥਰੂ ਰੀਡਿੰਗ। ਔਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਇਟਸ ਇਜ਼ ਡੈਫੀਨੇਸ਼ਨ ਐਂਡ ਪ੍ਰੋਸੈਸਿਸ। ਜਿੱਦਾਂ ਐਕਟਿਵ ਪ੍ਰੋਸੈਸ ਹੋ ਗਿਆ, ਪੈਸਿਵ ਡਿਪਰੈਸ ਹੋ ਗਿਆ। ਠੀਕ ਹੈ, ਐਕਟਿਵ ਪ੍ਰੋਸੈਸ ਦੇ ਵਿੱਚ ਕੀ ਆ ਇੱਕ ਦੇ ਵਿੱਚ ਐਨਰਜੀ ਇਨਵੋਲਵ ਹੁੰਦੀ ਹੈ, ਇੱਕ ਦੇ ਵਿੱਚ ਨਹੀਂ। ਐਕਟਿਵ ਦੇ ਵਿੱਚ ਜਿਹੜੀ ਐਨਰਜੀ ਜਿਹੜੀ ਇਨਵੋਲਵ ਹੁੰਦੀ ਆ, ਪੈਸਿਵ ਦੇ ਵਿੱਚ ਜਿਹੜਾ ਆ ਵਿਦਾਊਟ ADP ਜਾਂ ATP ਮੋਲੀਕਿਊਲਸ ਨੂੰ ਜਾਂ ਐਨਰਜੀ ਤੋਂ ਅਸੀਂ ਪ੍ਰੋਸੈਸ ਨੂੰ ਕੈਰੀ ਆਊਟ ਕਰ ਸਕਦੇ ਹਾਂ। ਸੋ ਐਕਟਿਵ ਪ੍ਰੋਸੈਸ ਦੇ ਵਿੱਚ ਐਕਟਿਵ ਟਿਊਬੂਲਰ ਰਿਜ਼ੋਰਪਸ਼ਨ ਜਿਹੜੀ ਆ ਉਹ ਕਾਮਨਲੀ ਸੀਨ ਆ ਥਰਸਟ ਟੂਵਰਡ ਨਿਊਟ੍ਰੀਐਂਟਸ। ਤੇ ਬੋਡੀ ਜਿਹੜੀ ਹੈ ਇਲੈਕਟ੍ਰੋਲਾਈਟਸ, ਗਲਾਈਕੋਜ਼, ਵਿਟਾਮਿਨਸ ਜਿਹੜੇ ਆ ਅਬਜ਼ੋਰਵ ਕਰ ਸਕਦੀ ਆ ਟੂ ਕੰਜ਼ਰਵ ਯੋਰ ਐਨਰਜੀ। ਅਤੇ ਪੈਸਿਵ ਦੇ ਵਿੱਚ ਟਿਊਬੂਲਰ ਰਿਜ਼ੋਰਪਸ਼ਨ ਜਿਹੜੀ ਕਾਮਨ ਹੁੰਦੀ ਆ ਔਰ ਇਹਦੇ ਵਿੱਚ ਐਕਸੈਸਿਵ। ਠੀਕ ਹੈ, ਯਾਦ ਰੱਖੋ ਐਕਟਿਵ ਦੇ ਵਿੱਚ ਐਂਡੋਜੀਨੀਅਸ ਸਬਸਟਾਂਸ, ਪੈਸਿਵ ਦੇ ਵਿੱਚ ਐਕਸੋਜੀਨੀਅਸ ਸਬਸਟਾਂਸ ਆ ਜੋ ਸਾਨੂੰ ਇਨਕਲੂਡਿੰਗ ਡਰਾਈਵਿੰਗ ਫੋਰਸ ਜਿਹੜੀ ਆ ਸਾਨੂੰ ਚਾਹੀਦੀ ਹੁੰਦੀ ਆ। ਠੀਕ ਆ, ਸੋ ਫॉर ਦਿਸ ਇਹ ਪ੍ਰੋਸੈਸਿਸ ਜਿਹੜੇ ਆ ਅਪ ਟੂ ਦਿਸ ਮਚ ਓਕੇ।